ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਅਜਮੇਰ ਸਿੰਘ ਜੀ ਦੀ ਰਚਨਾ 20ਵੀਂ ਸਦੀ ਦੀ ਸਿੱਖ ਰਾਜਨੀਤੀ ਭਾਗ 44ਵਾਂ। ਸਿਰਲੇਖ ਅਕਾਲੀ ਦਲ ਦਾ ਸਿਤਾਰਾ ਫਿਰ ਗਰਦਸ਼ ਵੱਲ। ਇਸੇ ਦੌਰਾਨ ਬਰੋ ਬਰਾਬਰ ਉਦੜ ਤੁਰੇ ਦੋ ਰਾਜਸੀ ਘਟਨਾ ਚੱਕਰਾਂ ਨੇ ਅਕਾਲੀ ਰਾਜਨੀਤੀ ਨੂੰ ਵਿਪਤਾਵਾਂ ਦੇ ਮੂੰਹ ਵੱਲ ਧੱਕ ਦਿੱਤਾ। 1979 ਦੇ ਅੱਧ ਵਿੱਚ ਜਾ ਕੇ ਕੇਂਦਰ ਦੀ ਜਨਤਾ ਗੱਠਜੋੜ ਸਰਕਾਰ ਆਪਣੇ ਅੰਦਰੂਨੀ ਵਿਰੋਧਾਂ ਅਤੇ ਕਲੇਸ਼ਾਂ ਦੇ ਵੱਧ ਜਾਣ ਕਰਕੇ ਡੁਬਕੀਆਂ ਲੈਣ ਲੱਗ ਪਈ। ਜਨਤਾ ਪਾਰਟੀ ਦੇ ਸਮਾਜਵਾਦੀ ਪਿਛੋਕੜ ਵਾਲੇ ਹਿੱਸਿਆਂ ਦੇ ਨੇ ਸਾਬਕਾ ਜਨਸੰਘੀ ਧੜੇ ਦੇ RSS ਨਾਲ ਸਬੰਧਾਂ ਨੂੰ ਲੈ ਕੇ ਪਾਰਟੀ ਤੇ ਸਰਕਾਰ ਅੰਦਰ ਵੱਡਾ ਰਫੜ ਖੜਾ ਕਰ ਦਿੱਤਾ। ਚੌਧਰੀ ਚਰਨ ਸਿੰਘ ਦੀ ਅਗਵਾਈ ਹੇਠ ਇੱਕ ਤਕੜੇ ਧੜੇ ਵੱਲੋਂ ਡਸਾਈ ਸਰਕਾਰ ਦੀ ਹਮਾਇਤ ਵਾਪਸ ਲੈ ਲਏ ਜਾਣ ਨਾਲ ਮੁਰਾਰਜੀ ਡਸਾਈ ਨੇ 15 ਜੁਲਾਈ ਨੂੰ ਅਸਤੀਫਾ ਦੇ ਦਿੱਤਾ। 20 ਜੁਲਾਈ ਨੂੰ ਚੌਧਰੀ ਚਰਨ ਸਿੰਘ ਕਾਂਗਰਸ ਪਾਰਟੀ ਦੀ ਬਾਹਰੀ ਹਮਾਇਤ ਨਾਲ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਬਿਰਾਜਮਾਨ ਹੋ ਗਿਆ। ਪਰੰਤੂ 1 ਮਹੀਨੇ ਬਾਅਦ ਹੀ ਕਾਂਗਰਸ ਪਾਰਟੀ ਨੇ ਆਪਣੀ ਹਮਾਇਤ ਵਾਲਾ ਹੱਥ ਪਿੱਛੇ ਖਿੱਚ ਕੇ ਚਰਨ ਸਿੰਘ ਦੀ ਹਕੂਮਤ ਦਾ ਭੋਗ ਪਾ ਦਿੱਤਾ, ਜਿਸ ਨਾਲ ਮੱਧਕਾਲੀ ਚੋਣਾਂ ਦੀ ਨੌਬਤ ਪੈਦਾ ਹੋ ਗਈ। ਇਸ ਤਰ੍ਹਾਂ ਮੁਸ਼ਕਲ ਨਾਲ 2.5 ਸਾਲ ਸੁੱਖ ਦਾ ਸਾਹ ਲੈਣ ਤੋਂ ਬਾਅਦ ਅਕਾਲੀ ਦਲ ਸਾਹਮਣੇ ਕਾਂਗਰਸ ਪਾਰਟੀ ਦੀ ਮੁੜ ਵਾਪਸੀ ਦਾ ਹੂਆ ਖੜਾ ਹੋ ਗਿਆ। ਜਦ ਜਨਵਰੀ 1980 ਵਿੱਚ ਮੱਧਕਾਲੀ ਚੋਣਾਂ ਦਾ ਬਿਗਲ ਵੱਜਿਆ ਤਾਂ ਅਕਾਲੀ ਦਲ ਅੰਦਰ ਸਭ ਅੱਛਾ ਨਹੀਂ ਸੀ। ਅਕਾਲੀ ਦਲ ਦੇ ਤਿੰਨੋਂ ਮਹਾਰਥੀਆਂ ਜਥੇਦਾਰ ਗੁਰਚਰਨ ਸਿੰਘ ਟੌੜਾ, ਜਗਦੇਵ ਸਿੰਘ ਤਲਵੰਡੀ ਤੇ ਪ੍ਰਕਾਸ਼ ਸਿੰਘ ਬਾਦਲ ਵਿਚਕਾਰ ਲੰਮੇ ਚਿਰ ਤੋਂ ਚੱਲਦੀ ਆ ਰਹੀ ਆਪਸੀ ਖਿੱਚੋਤਾਣ ਨੇ ਦਲ ਨੂੰ ਰਾਜਸੀ ਘਚੋਲੇ ਤੇ ਜਥੇਬੰਦਕ ਪਾਟੋ ਧਾੜ ਦੀ ਦਸ਼ਾ ਵਿੱਚ ਸੁੱਟ ਦਿੱਤਾ ਸੀ। ਅਕਾਲੀ ਲੀਡਰਾਂ ਵਿਚਕਾਰ ਪੈਦਾ ਹੋਇਆ ਇਹ ਝਗੜਾ ਨਿਰਾ ਸ਼ਖਸੀ ਨਹੀਂ ਸੀ। ਇਸ ਦੇ ਕਾਰਨ ਬਹੁਮੁਖੀ ਸਨ। ਲੁਕਵੇਂ ਪਰ ਅਹਿਮ ਰੂਪ 'ਚ ਰਾਜਸੀ ਵਿਚਾਰਧਾਰਕ ਵੀ ਸਨ। ਭਾਵੇਂ ਕਿ ਅਕਾਲੀ ਰਾਜਨੀਤੀ ਅੰਦਰ ਪ੍ਰਚਲਿਤ ਕਬਾਇਲੀ ਤਰਜ਼ ਤੇ ਪੇਂਡੂ ਜੱਟ ਸੱਭਿਆਚਾਰ ਦੀ ਵਜ੍ਹਾ ਕਰਕੇ ਹਰ ਵਿਰੋਧ ਫੌਰੀ ਅਤੇ ਅਟਲ ਰੂਪ ਵਿੱਚ ਸ਼ਖਸੀ ਝਗੜੇ ਦਾ ਸਰੂਪ ਅਖਤਿਆਰ ਕਰ ਜਾਂਦਾ ਹੈ। ਕਈ ਵਾਰ ਨਿਰੋਲ ਵਿਅਕਤੀਗਤ ਵਿਰੋਧ 'ਚੋਂ ਸਿਧਾਂਤਕ ਮਤਭੇਦ ਖੜੇ ਕਰ ਲੈਣੇ ਅਤੇ ਬਹੁਤੇ ਵਾਰੀ ਸਿਧਾਂਤਕ ਰਾਜਸੀ ਮਤਭੇਦਾਂ ਨੂੰ ਨਿੱਜੀ ਵੈਰ ਵਿਰੋਧ ਵਿੱਚ ਤਬਦੀਲ ਕਰ ਲੈਣਾ ਅਕਾਲੀ ਰਾਜਸੀ ਸੱਭਿਆਚਾਰ ਦਾ ਉਗੜਵਾਂ ਲੱਛਣ ਹੈ। ਜਥੇਦਾਰ ਗੁਰਚਰਨ ਸਿੰਘ ਟੌੜਾ ਬਾਦਲ ਦੀ ਬਤੌਰ ਮੁੱਖ ਮੰਤਰੀ ਕਾਰਗੁਜ਼ਾਰੀ ਤੇ ਅਦਾਕਾਰੀ ਤੋਂ ਨਾ ਸਿਰਫ ਸੰਤੁਸ਼ਟ ਨਹੀਂ ਸੀ, ਸਗੋਂ ਕਈ ਗੱਲਾਂ ਵਿੱਚ ਬਹੁਤ ਹੀ ਮਾਯੂਸ ਤੇ ਖਫਾ ਵੀ ਸੀ। ਉਸ ਦਾ ਮੁੱਖ ਇਤਰਾਜ਼ ਇਹ ਸੀ ਕਿ ਬਾਦਲ ਕੇਂਦਰੀ ਹਾਕਮਾਂ ਕੋਲ ਸਿੱਖ ਪੰਥ ਅਤੇ ਪੰਜਾਬ ਨਾਲ ਸੰਬੰਧਿਤ ਮੰਗਾਂ ਤੇ ਮਸਲਿਆਂ ਦੀ ਧੜੱਲੇ ਨਾਲ ਪੈਰਵਾਈ ਨਹੀਂ ਕਰਦੇ ਅਤੇ ਜਨਤਾ ਪਾਰਟੀ ਅੰਦਰਲੇ ਸਿੱਖ ਦੁਸ਼ਮਣ ਵਰਗਾਂ ਨੂੰ ਲੋੜ ਤੋਂ ਵੱਧ ਰਿਆਇਤਾਂ ਦੇਣ ਦੀ ਰੁਚੀ ਪਾਲਦੇ ਹਨ। ਅਕਾਲੀ ਵਫਦਾਂ ਦੀਆਂ ਕੇਂਦਰੀ ਆਗੂਆਂ ਨਾਲ ਮੀਟਿੰਗਾਂ ਦੌਰਾਨ ਉਹਨਾਂ ਸਰਦਾਰ ਬਾਦਲ ਨੂੰ ਅਕਸਰ ਇੱਕ ਦੱਬੂ ਵਾਰਤਾਕਾਰ ਤੇ ਕਮਜ਼ੋਰ ਸੌਦੇਬਾਜ਼ ਦੇ ਰੂਪ ਵਿੱਚ ਦੇਖਿਆ। ਜਥੇਦਾਰ ਤਲਵੰਡੀ ਨੂੰ ਵੀ ਸਰਦਾਰ ਬਾਦਲ ਦੀ ਰਾਜਨੀਤਿਕ ਸ਼ੈਲੀ ਬਹੁਤੀ ਪਸੰਦ ਨਹੀਂ ਸੀ। ਆਪਣੀ ਅਲੱਗ ਕਿਸਮ ਦੀ ਤਬੀਅਤ ਤੇ ਸੰਸਕਾਰਾਂ ਦੀ ਵਜ੍ਹਾ ਕਰਕੇ ਜਥੇਦਾਰ ਤਲਵੰਡੀ ਲਈ ਸਰਦਾਰ ਬਾਦਲ ਦੀ ਪੰਜਾਬ ਅੰਦਰ ਸਾਬਕਾ ਜਨਸੰਘੀ ਲਾਣੇ ਨੂੰ ਲੋੜੋਂ ਵੱਧ ਸਿਰ ਚੜਾਉਣ ਦੀ ਪਹੁੰਚ ਹਜ਼ਮ ਕਰਨੀ ਮੁਸ਼ਕਲ ਹੋ ਰਹੀ ਸੀ। ਭਾਵੇਂ ਰਾਜਨੀਤਿਕ ਹਾਲਤਾਂ ਦੀ ਲੋੜ ਤੇ ਮਜਬੂਰੀ ਵਸ ਅਕਾਲੀ ਦਲ ਨੂੰ ਹਿੰਦੂ ਕੱਟੜਪੰਥੀ ਤਾਕਤਾਂ ਨਾਲ ਰਾਜਸੀ ਗੱਠਜੋੜ ਕਰਨਾ ਪੈ ਗਿਆ ਸੀ, ਪਰੰਤੂ ਟਕਸਾਲੀ ਸਾਂਚੇ ਵਿੱਚ ਢਲੇ ਅਕਾਲੀ ਆਗੂਆਂ ਤੇ ਵਰਕਰਾਂ ਦੇ ਮਨਾਂ ਅੰਦਰੋਂ ਇਸ ਵਰਗ ਪ੍ਰਤੀ ਨਫ਼ਰਤ ਤੇ ਨਾਪਸੰਦਗੀ ਦੀ ਭਾਵਨਾ ਪੂਰੀ ਤਰ੍ਹਾਂ ਅਲੋਪ ਨਹੀਂ ਸੀ ਹੋਈ। ਵੱਡੀ ਗੱਲ ਇਹ ਕਿ ਇਹਨਾਂ ਹਿੰਦੂਵਾਦੀ ਤਾਕਤਾਂ ਦੀ ਫਿਰਕੂ ਸੋਚ ਤੇ ਵਤੀਰੇ ਵਿੱਚ ਕੋਈ ਤਬਦੀਲੀ ਨਹੀਂ ਸੀ ਆਈ।
ਇਸ ਕਰਕੇ ਅਕਾਲੀ ਦਲ ਅੰਦਰਲਾ ਟਕਸਾਲੀ ਵਰਗ ਸਰਦਾਰ ਬਾਦਲ ਦੇ ਹਿੰਦੂ ਕੱਟੜਵਾਦੀ ਤਾਕਤਾਂ ਪ੍ਰਤੀ ਵਧੇਰੇ ਨਰਮ ਤੇ ਉਲਾਰ ਵਤੀਰੇ ਉੱਤੇ ਨਾਖੁਸ਼ ਸੀ। ਇਸ ਸੋਚ ਧਾਰਾ ਦੀ ਤਰਜਮਾਨੀ ਕਰਦੇ ਹੋਏ ਜਥੇਦਾਰ ਤਲਵੰਡੀ ਆਪਣੇ ਸੁਭਾਅ ਮੁਤਾਬਕ ਹਿੰਦੂ ਕੱਟੜਪੰਥੀ ਤਾਕਤਾਂ ਨੂੰ ਅਕਸਰ ਗਾਲ ਮੰਦਾ ਕਰਦੇ ਰਹਿੰਦੇ ਸਨ, ਜੋ ਸਰਦਾਰ ਬਾਦਲ ਨੂੰ ਪਸੰਦ ਨਹੀਂ ਸੀ, ਵਿਅਕਤੀਗਤ ਰੂਪ ਵਿੱਚ ਵੀ ਤੇ ਰਾਜਨੀਤਿਕ ਸੋਚ ਦੀ ਪੱਧਰ ਤੇ ਵੀ। ਅਸਲ ਵਿੱਚ ਪੰਜਾਬੀ ਸੂਬੇ ਦੀ ਸਥਾਪਨਾ ਤੋਂ ਬਾਅਦ ਹੋਈਆਂ 4 ਅਸੈਂਬਲੀ ਚੋਣਾਂ ਦੇ ਤਜਰਬੇ ਚੋਂ ਸਰਦਾਰ ਬਾਦਲ ਨੇ ਇਹ ਰਾਜਨੀਤਿਕ ਤੱਤ ਕੱਢ ਲਿਆ ਸੀ ਕਿ ਪੰਜਾਬ ਅੰਦਰ ਕਾਂਗਰਸ ਨੂੰ ਰਾਜਸੀ ਸੱਤਾ ਤੋਂ ਲਾਂਭੇ ਰੱਖਣ ਲਈ ਹਿੰਦੂ ਵਰਗ ਦੀ ਹਮਾਇਤ ਨਿਹਾਇਤ ਜ਼ਰੂਰੀ ਹੈ। ਇਸ ਸਮਝ ਨੂੰ ਮੁੱਖ ਰੱਖਦਿਆਂ ਹੋਇਆਂ ਉਸ ਨੇ ਪੰਜਾਬ ਦੇ ਹਿੰਦੂ ਵਰਗ ਅੰਦਰ ਕਾਂਗਰਸ ਦੀ ਮੁੱਖ ਵਿਰੋਧੀ ਧਿਰ ਜਨਸੰਘ, ਜੋ ਬਾਅਦ 'ਚ ਭਾਰਤੀ ਜਨਤਾ ਪਾਰਟੀ ਵਿੱਚ ਤਬਦੀਲ ਹੋ ਗਈ, ਨਾਲ ਰਾਜਸੀ ਯਾਰਾਨਾ ਗੰਢਣ ਦੀ ਲੋੜ ਅਤੇ ਅਹਿਮੀਅਤ ਪਛਾਣ ਲਈ ਅਤੇ ਇਸ ਉੱਤੇ ਅਡੋਲਤਾ ਨਾਲ ਪਹਿਰਾ ਦੇਣ ਦੀ ਰਾਜਸੀ ਸੇਧ ਅਖਤਿਆਰ ਕਰ ਲਈ। ਆਪਣੀ ਅਲੱਗ ਕਿਸਮ ਦੀ ਸ਼ਖਸੀ ਬਣਤਰ ਤੇ ਵਿਚਾਰਧਾਰਕ ਤਸੀਰ ਸਦਕਾ ਸਰਦਾਰ ਬਾਦਲ ਨੂੰ ਇਸ ਹਿੰਦੂ ਕੱਟੜਪੰਥੀ ਜਮਾਤ ਨਾਲ ਰਾਜਸੀ ਨੇੜਤਾ ਕਾਇਮ ਕਰਨ ਤੇ ਪਗਾਉਣ ਵਿੱਚ ਕੋਈ ਵੱਡੀ ਵਿਚਾਰਧਾਰਕ ਜਾਂ ਮਨੋਵਿਗਿਆਨਕ ਔਕੜ ਦਾ ਸਾਹਮਣਾ ਨਹੀਂ ਸੀ ਕਰਨਾ ਪੈ ਰਿਹਾ, ਜਦ ਕਿ ਜਥੇਦਾਰ ਟੌੜਾ ਤੇ ਤਲਵੰਡੀ ਵਰਗੇ ਲੋਕਾਂ ਨੂੰ ਨਵੀਂ ਹਾਲਤ ਦੇ ਰਾਜਸੀ ਤਰਕ ਨਾਲ ਸਹਿਮਤ ਹੁੰਦਿਆਂ ਹੋਇਆਂ ਵੀ ਹਿੰਦੂਵਾਦੀ ਤਾਕਤਾਂ ਨਾਲ ਰਲ ਕੇ ਚੱਲਣ ਦੇ ਰਾਹ ਵਿੱਚ ਢੇਰ ਸਾਰੀਆਂ ਮਨੋਵਿਗਿਆਨਕ ਤੇ ਭਾਵਨਾਤਮਕ ਔਕੜਾਂ ਤੇ ਉਲਝਣਾਂ ਨਾਲ ਜੂਝਣਾ ਪੈ ਰਿਹਾ ਸੀ। ਇਹ ਅਸੰਗਤੀ ਇਹਨਾਂ ਦੋਨੋਂ ਬਜ਼ੁਰਗ ਜਥੇਦਾਰਾਂ ਦੇ ਸਰਦਾਰ ਬਾਦਲ ਨਾਲ ਸੰਬੰਧਾਂ ਉੱਤੇ ਆਪਣੇ ਨਿਰੰਤਰ ਨਾ ਪੱਖੀ ਪ੍ਰਭਾਵ ਛੱਡਣ ਲੱਗੀ। ਇਹ ਇੱਕ ਸਿਧਾਂਤਕ ਵਜ੍ਹਾ ਸੀ ਕਿ ਜਿਸ ਨੇ ਹੋਰਨਾਂ ਵਿਅਕਤੀਗਤ ਤੇ ਦੋਮ ਦਰਜੇ ਦੇ ਪੱਖਾਂ ਨਾਲ ਉਲਝ ਕੇ ਅਕਾਲੀ ਦਲ ਦੀ ਇਸ ਮੋਹਰੀ ਤਿੱਕੜੀ ਅੰਦਰ ਆਪਸੀ ਵਿਸ਼ਵਾਸ ਦਾ ਸੰਕਟ ਪੈਦਾ ਕਰ ਦਿੱਤਾ। ਕਿਸੇ ਸਿਧਾਂਤ ਯਾਫਤਾ ਤੇ ਸੁਘੜ ਸੁਸ਼ੀਲ ਜਥੇਬੰਦੀ ਅੰਦਰ ਅਜਿਹੇ ਵਖਰੇਵਿਆਂ ਨੂੰ ਸਚਿਆਰੇ ਢੰਗ ਨਾਲ ਵਿਚਾਰਿਆ ਤੇ ਨਜਿੱਠਿਆ ਜਾ ਸਕਦਾ ਸੀ, ਪਰ ਅਕਾਲੀ ਦਲ ਵਰਗੀ ਪੇਂਡੂ ਸੁਭਾਅ ਜਥੇਬੰਦੀ ਅੰਦਰ ਮਤਭੇਦਾਂ ਦੇ ਪ੍ਰਗਟਾਵੇ ਤੇ ਨਿਪਟਾਰੇ ਲਈ ਜੋ ਅਸ਼ਿਸ਼ਟ ਤੇ ਵਿਵੇਕਹੀਣ ਤਰੀਕਾ ਅਮਲ 'ਚ ਲਿਆਂਦਾ ਜਾਂਦਾ ਹੈ, ਉਸ ਨਾਲ ਇਹਨਾਂ ਮਤ ਵਖਰੇਵਿਆਂ ਦਾ ਸਹਿਜੇ ਹੀ ਨੀਵੇਂ ਤੇ ਜਾਤੀ ਕਿਸਮ ਦੇ ਕਲੇਸ਼ ਵਿੱਚ ਨਿਘਾਰ ਹੋ ਜਾਂਦਾ ਹੈ। 1979 ਦੇ ਮੱਧ ਵਿੱਚ ਅਕਾਲੀ ਦਲ ਅੰਦਰ ਅਜਿਹਾ ਹੀ ਵਰਤਾਰਾ ਵਾਪਰਿਆ ਜਦ ਜੁਲਾਈ 1979 ਵਿੱਚ ਜਨਤਾ ਪਾਰਟੀ ਅੰਦਰ ਮਤਭੇਦ ਗਹਿਰਾ ਗਏ ਅਤੇ ਚੌਧਰੀ ਚਰਨ ਸਿੰਘ ਸਰਕਾਰ ਨਾਲੋਂ ਅਲੱਗ ਹੋ ਗਿਆ, ਤਾਂ ਇਸ ਮਸਲੇ ਤੇ ਅਕਾਲੀ ਦਲ ਦੀ ਮੋਹਰੀ ਤਿੱਕੜੀ ਅੰਦਰ ਪਾਟਵੇਂ ਵਿਚਾਰ ਉੱਭਰ ਆਏ। ਸਰਦਾਰ ਬਾਦਲ ਨੇ ਪੰਜਾਬ ਅੰਦਰ ਸਾਬਕਾ ਜਨਸੰਘੀ ਧੜੇ ਨਾਲ ਆਪਣੀ ਨੇੜਤਾ ਤੇ ਗੱਠਜੋੜ ਨੂੰ ਮੁੱਖ ਰੱਖਦਿਆਂ ਹੋਇਆਂ ਕੇਂਦਰ ਵਿੱਚ ਡਸਾਈ ਵਾਜਪਾਈ ਧੜੇ ਦਾ ਪੱਖ ਲੈਣ ਦੀ ਵਜਾਹਤ ਕੀਤੀ, ਜਦ ਕਿ ਜਥੇਦਾਰ ਟੌੜਾ ਤੇ ਤਲਵੰਡੀ ਦੀ ਹਿੰਦੂ ਕੱਟੜਪੰਥੀ ਤਾਕਤਾਂ ਪ੍ਰਤੀ ਨਾਪਸੰਦੀ ਉਹਨਾਂ ਨੂੰ ਚੌਧਰੀ ਚਰਨ ਸਿੰਘ ਵੱਲ ਖਿੱਚ ਕੇ ਲੈ ਗਈ। ਇਸ ਗੱਲ ਨੇ ਸਰਦਾਰ ਬਾਦਲ ਦੇ ਮਨ ਅੰਦਰ ਜਥੇਦਾਰ ਜੋੜੀ ਪ੍ਰਤੀ ਤਿੱਖੀ ਰੰਜਿਸ਼ ਪੈਦਾ ਕਰ ਦਿੱਤੀ। ਉਸ ਨੂੰ ਜਥੇਦਾਰ ਜੋੜੀ ਦੇ ਰੁਖ ਅਤੇ ਸਰਗਰਮੀਆਂ ਚੋਂ ਆਪਣੇ ਪ੍ਰਤੀ ਮੰਦ ਭਾਵਨਾ ਤੇ ਬੁਰੇ ਇਰਾਦਿਆਂ ਦੀ ਬੋ ਆਉਣ ਲੱਗ ਪਈ। ਖਾਸ ਕਰਕੇ ਉਸ ਨੂੰ ਜਥੇਦਾਰ ਟੌੜਾ ਦੇ ਨੁਕਤਾ ਚੀਨੀ ਵਤੀਰੇ ਚੋਂ ਉਸ ਕੋਲੋਂ ਮੁੱਖ ਮੰਤਰੀ ਦਾ ਅਹੁਦਾ ਹਥਿਆਉਣ ਦੀ ਲਾਲਸਾ ਤੇ ਸਾਜ਼ਿਸ਼ ਨਜ਼ਰ ਆਉਣ ਲੱਗੀ। ਉਸ ਦਾ ਇਹ ਸ਼ੱਕ ਵੱਧਦਾ ਗਿਆ ਤੇ ਉਸ ਨੂੰ ਜਥੇਦਾਰ ਟੌੜਾ ਤੇ ਤਲਵੰਡੀ ਵਿਚਕਾਰ ਗੰਢ ਤੁੱਪ ਦਾ ਅੰਦੇਸ਼ਾ ਹੋਣ ਲੱਗਾ। ਡਰ ਤੇ ਅਸੁਰੱਖਿਆ ਦੀ ਭਾਵਨਾ ਚੋਂ ਉਸ ਨੇ ਜਥੇਦਾਰ ਤਲਵੰਡੀ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ, ਜਿਸ ਦੇ ਪ੍ਰਤੀਕਰਮ ਵਿੱਚ ਦੋਨੋਂ ਜਥੇਦਾਰਾਂ ਨੇ ਉਸ ਉੱਤੇ ਜਵਾਬੀ ਹਮਲਾ ਸੇਧ ਦਿੱਤਾ। ਉਹਨਾਂ ਸਰਦਾਰ ਬਾਦਲ ਵਿਰੁੱਧ ਆਪਣੇ ਇਤਰਾਜ਼ਾਂ ਤੇ ਦੋਸ਼ਾਂ ਦਾ ਇੱਕ ਚਿੱਠਾ ਤਿਆਰ ਕਰਕੇ 27 ਸਤੰਬਰ 1979 ਅਕਾਲ ਤਖਤ ਦੇ ਜਥੇਦਾਰ ਸਾਧੂ ਸਿੰਘ ਭੌਰਾ ਨੂੰ ਸੌਂਪ ਦਿੱਤਾ। ਜਥੇਦਾਰ ਨੇ ਤਿੰਨਾਂ ਆਗੂਆਂ ਨੂੰ ਅਕਾਲ ਤਖਤ ਤੇ ਤਲਬ ਕਰ ਲਿਆ ਅਤੇ ਸਾਰਿਆਂ ਦਾ ਪੱਖ ਸੁਣਨ ਤੋਂ ਬਾਅਦ ਸਾਹਮਣੇ ਆ ਰਹੀਆਂ ਮੱਧਕਾਲੀ ਚੋਣਾਂ ਨੂੰ ਮੁੱਖ ਰੱਖਦਿਆਂ ਹੋਇਆਂ ਅਕਾਲੀ ਦਲ ਅੰਦਰਲੀ ਖਿੱਚੋਤਾਣ ਤੇ ਕਲੇਸ਼ ਉੱਤੇ ਕਾਬੂ ਪਾਉਣ ਦੇ
ਉਦੇਸ਼ ਨਾਲ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਚੋਣ ਕਰਨ ਵਾਸਤੇ ਇੱਕ 7 ਮੈਂਬਰੀ ਬੋਰਡ ਕਾਇਮ ਕਰ ਦਿੱਤਾ। ਇਸ ਬੋਰਡ ਨੂੰ ਜਥੇਦਾਰ ਤਲਵੰਡੀ ਨੇ ਆਪਣੇ ਰੁਤਬੇ ਤੇ ਅਥਾਰਟੀ ਦਾ ਨਿਖੇਧ ਕਰਕੇ ਜਾਣਿਆ। ਇਸ ਕਰਕੇ ਉਸਨੇ ਉੱਪਰਲੇ ਮਨੋਂ ਸਹਿਮਤੀ ਪ੍ਰਗਟਾਉਣ ਦੇ ਬਾਵਜੂਦ ਇਸ ਗੱਲ ਨੂੰ ਚਿੱਤੋਂ ਕਬੂਲ ਨਾ ਕੀਤਾ। ਦੂਜੇ ਪਾਸੇ ਆਪਣੇ ਹੀ ਸਵਾਰਥੀ ਹਿੱਤਾਂ ਤੋਂ ਪ੍ਰੇਰਿਤ ਇੱਕ ਵਰਗ ਨੇ 7 ਮੈਂਬਰੀ ਕਮੇਟੀ ਦੀ ਓਟ ਲੈ ਕੇ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਮੁਤਬਾਦਲ ਲੀਡਰ ਦੇ ਰੂਪ ਵਿੱਚ ਉਭਾਰਨਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਅਕਾਲੀ ਦਲ ਅੰਦਰ ਅਲੱਗ-ਅਲੱਗ ਸੋਚ ਧਾਰਾਵਾਂ, ਵਿਅਕਤੀਆਂ ਤੇ ਵਰਗਾਂ ਦੇ ਟਕਰਾਓ ਚੋਂ ਅਖੀਰ ਨੂੰ ਅਜਿਹੀ ਸਥਿਤੀ ਪੈਦਾ ਹੋ ਗਈ ਕਿ ਜਥੇਬੰਦਕ ਦੁਫੇੜ ਨੂੰ ਟਾਲ ਸਕਣਾ ਨਾਮੁਮਕਿਨ ਹੋ ਕੇ ਰਹਿ ਗਿਆ। ਅਗਸਤ 1980 ਵਿੱਚ ਜਥੇਦਾਰ ਜਗਦੇਵ ਸਿੰਘ ਤਲਵੰਡੀ ਨੂੰ ਅਕਾਲੀ ਦਲ ਚੋਂ ਰਸਮੀ ਰੂਪ ਵਿੱਚ ਖਾਰਜ ਕਰ ਦੇਣ ਨਾਲ ਅੰਦਰੂਨੀ ਖਿੱਚੋਤਾਣ ਦਾ ਇਹ ਸਿਲਸਿਲਾ ਆਪਣੇ ਮੰਤਕੀ ਕਿਨਾਰੇ ਉੱਤੇ ਜਾ ਲੱਗਾ। ਸੰਤ ਹਰਚੰਦ ਸਿੰਘ ਲੌਂਗੋਵਾਲ ਅਕਾਲੀ ਦਲ ਦੇ ਬਾਕਾਇਦਾ ਪ੍ਰਧਾਨ ਚੁਣ ਲਏ ਗਏ, ਜਦਕਿ ਜਥੇਦਾਰ ਤਲਵੰਡੀ ਨੇ ਆਪਣਾ ਅਲੱਗ ਧੜਾ ਕਾਇਮ ਕਰ ਲਿਆ। ਜਨਵਰੀ 1980 ਵਿੱਚ ਹੋਈਆਂ ਮੱਧਕਾਲੀ ਚੋਣਾਂ ਵਿੱਚ ਦੇਸ਼ ਭਰ ਅੰਦਰ ਕਾਂਗਰਸ ਤੇ ਇੰਦਰਾ ਗਾਂਧੀ ਦੇ ਹੱਕ ਵਿੱਚ ਵਗੀ ਜ਼ੋਰਦਾਰ ਹਨੇਰੀ ਨੇ ਅਕਾਲੀ ਦਲ ਦੇ ਤੰਬੂ ਉਖਾੜ ਸੁੱਟੇ। ਪੰਜਾਬ ਅੰਦਰ ਅਕਾਲੀ ਦਲ 13 ਚੋਂ ਮੁਸ਼ਕਲ ਨਾਲ ਇੱਕ ਸੀਟ ਉੱਤੇ ਹੀ ਜਿੱਤ ਹਾਸਲ ਕਰ ਸਕਿਆ। ਕੇਂਦਰ ਵਿੱਚ ਸੱਤਾ ਦੇ ਕਾਬਜ ਹੁੰਦਿਆਂ ਹੀ ਇੰਦਰਾ ਗਾਂਧੀ ਨੇ ਭਾਰਤ ਅੰਦਰ ਪ੍ਰਚਲਿਤ ਗੈਰ ਲੋਕਤੰਤਰੀ ਰੀਤ ਮੁਤਾਬਕ ਰਾਜਾਂ ਅੰਦਰਲੀਆਂ ਗੈਰ ਕਾਂਗਰਸੀ ਸਰਕਾਰਾਂ ਭੰਗ ਕਰਕੇ ਦੁਬਾਰਾ ਚੋਣਾਂ ਕਰਵਾਉਣ ਦਾ ਐਲਾਨ ਕਰ ਦਿੱਤਾ। ਬਾਦਲ ਸਰਕਾਰ 17 ਫਰਵਰੀ ਨੂੰ ਬਰਖਾਸਤ ਕਰ ਦਿੱਤੀ ਗਈ। ਅਸੈਂਬਲੀ ਚੋਣਾਂ ਮੌਕੇ ਅਕਾਲੀ ਦਲ ਦੀ ਹਾਲਤ ਕਿਸੇ ਵੀ ਲਿਹਾਜ਼ ਨਾਲ ਬਹੁਤੀ ਚੰਗੀ ਨਹੀਂ ਸੀ। ਕੇਂਦਰ ਵਿੱਚ ਜਨਤਾ ਪਾਰਟੀ ਵਿੱਚ ਪਈ ਦੁਫੇੜ ਮੌਕੇ ਅਕਾਲੀ ਦਲ ਵੱਲੋਂ ਡਿਸਾਈ ਵਾਜਪਾਈ ਧੜੇ ਦਾ ਸਾਥ ਛੱਡ ਕੇ ਚੌਧਰੀ ਚਰਨ ਸਿੰਘ ਦੀ ਹਮਾਇਤ ਦਾ ਪੈਂਤੜਾ ਅਖਤਿਆਰ ਕਰ ਲੈਣ ਸਦਕਾ ਪੰਜਾਬ ਦਾ ਜਨਸੰਘੀ ਲਾਣਾ ਅਕਾਲੀ ਦਲ ਨਾਲ ਖਫਾ ਹੋ ਕੇ ਗੱਠਜੋੜ ਨਾਲੋਂ ਅਲੱਗ ਹੋ ਗਿਆ ਸੀ। ਹਮੇਸ਼ਾ ਵਾਂਗ ਪੰਜਾਬ ਦਾ ਹਿੰਦੂ ਵਰਗ ਅਕਾਲੀ ਜਨਤਾ ਗੱਠਜੋੜ ਸਰਕਾਰ ਤੋਂ ਬੁਰੀ ਤਰ੍ਹਾਂ ਬਦਜ਼ਨ ਹੋ ਕੇ ਸਮੂਹਕ ਰੂਪ ਵਿੱਚ ਕਾਂਗਰਸ ਦੇ ਪੱਖ ਵਿੱਚ ਉਲਰ ਗਿਆ ਸੀ। ਆਪਣੀ ਫਿਰਕੂ ਫਿਤਰਤ ਸਦਕਾ ਪੰਜਾਬ ਦੇ ਹਿੰਦੂ ਵਰਗ ਨੂੰ ਅਕਾਲੀ ਦਲ ਨਾਲ ਗੱਠਜੋੜ ਦਾ ਤਜਰਬਾ ਕਦੇ ਵੀ ਰਾਸ ਨਹੀਂ ਆਇਆ। ਅਕਾਲੀ ਦਲ ਦੀ ਭਾਰੂ ਹੈਸੀਅਤ ਵਾਲੀ ਸਰਕਾਰ ਉਸ ਨੂੰ ਹਮੇਸ਼ਾ ਹੀ ਸਿੱਖਾਂ ਦੀ ਸਰਕਾਰ ਨਜ਼ਰ ਆਉਂਦੀ ਰਹੀ ਅਤੇ ਉਹ ਹਮੇਸ਼ਾ ਹੀ ਇਸ ਸਰਕਾਰ ਉੱਤੇ ਹਿੰਦੂ ਹਿੱਤਾਂ ਦੀ ਅਣਦੇਖੀ ਕਰਨ ਦਾ ਇਲਜ਼ਾਮ ਲਾਉਂਦਾ ਰਿਹਾ। ਆਪਣੀ ਫਿਰਕੂ ਤੰਗਦਿਲੀ ਦੀ ਵਜ੍ਹਾ ਕਰਕੇ ਇਸ ਬਾਣੀਏ ਵਰਗ ਨੂੰ ਸਿੱਖ ਅਫਸਰ ਵਿਉਂ ਵਰਗੇ ਲੱਗਦੇ ਹਨ ਅਤੇ ਅਕਾਲੀ ਸਰਕਾਰ ਦੌਰਾਨ ਸਿੱਖ ਅਫਸਰਾਂ ਨੂੰ ਬਖਸ਼ਿਆ ਜਾਂਦਾ ਮਾਣ ਸਨਮਾਨ ਉਸ ਅੰਦਰ ਹਮੇਸ਼ਾ ਹੀ ਫਿਰਕੂ ਸਾੜਾ ਪੈਦਾ ਕਰਨ ਦਾ ਸਬੱਬ ਬਣਦਾ ਰਿਹਾ ਹੈ। 1980 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਲਾਲਾ ਜਗਤ ਨਾਰਾਇਣ ਦੇ ਪੁੱਤਰ ਰਮੇਸ਼ ਚੰਦਰ ਵੱਲੋਂ ਪੰਜਾਬ ਕੇਸਰੀ ਦੇ ਸੰਪਾਦਕੀ ਵਿੱਚ ਪ੍ਰਗਟ ਕੀਤੇ ਹੇਠ ਲਿਖੇ ਵਿਚਾਰ ਹਿੰਦੂ ਵਰਗ ਦੀ ਉਸ ਵੇਲੇ ਦੀ ਸੋਚ ਤੇ ਰੌਂ ਦੀ ਬਾਖੂਬੀ ਤਰਜਮਾਨੀ ਕਰਦੇ ਹਨ। ਰਮੇਸ਼ ਚੰਦਰ ਨੇ ਖੁੱਲ੍ਹੇਆਮ ਇਹ ਤੱਥ ਤਸਲੀਮ ਕੀਤਾ ਕਿ ਪਿਛਲੇ ਸਮੇਂ ਅੰਦਰ ਅਕਾਲੀ ਦਲ ਨਾਲ ਗੱਠਜੋੜ ਬਣਾਉਣ ਸਦਕਾ ਅੱਜ ਭਾਰਤੀ ਜਨਤਾ ਪਾਰਟੀ ਬਹੁਤ ਬਦਨਾਮ ਹੋ ਚੁੱਕੀ ਹੈ। ਹਿੰਦੂਆਂ ਦਾ ਭਾਰਤੀ ਜਨਤਾ ਪਾਰਟੀ ਤੋਂ ਮੋਹ ਭੰਗ ਹੋ ਚੁੱਕਾ ਹੈ। ਪੰਜਾਬ ਦਾ ਹਿੰਦੂ ਲਾਚਾਰ ਤੇ ਮਾਯੂਸ ਹੈ। ਉਹਨਾਂ ਦੇ ਸਾਹਮਣੇ ਕਾਂਗਰਸ ਤੋਂ ਬਿਨਾਂ ਹੋਰ ਕੋਈ ਬਦਲ ਨਹੀਂ ਹੈ। ਸਿੱਖ ਵਰਗ ਵੀ ਕੇਂਦਰ ਦੀ ਜਨਤਾ ਸਰਕਾਰ ਵਿੱਚ ਅਕਾਲੀ ਦਲ ਦੀ ਭਾਈਵਾਲੀ ਦੇ ਤਜਰਬੇ ਤੋਂ ਬਹੁਤ ਸੰਤੁਸ਼ਟ ਨਾ ਹੋਣ ਕਰਕੇ ਚੋਣਾਂ ਮੌਕੇ ਉਤਸ਼ਾਹੀ ਰੌਂ ਵਿੱਚ ਨਹੀਂ ਸੀ। ਇਸ ਕਰਕੇ ਅਸੈਂਬਲੀ ਚੋਣਾਂ ਅੰਦਰ ਅਕਾਲੀ ਦਲ ਨੂੰ ਬਹੁਤ ਹੀ ਨਮੋਸ਼ੀ ਭਰੀ ਹਾਰ ਦਾ ਮੂੰਹ ਦੇਖਣਾ ਪਿਆ। ਕਾਂਗਰਸ ਦੀਆਂ 63 ਸੀਟਾਂ ਦੀ ਤੁਲਨਾ ਵਿੱਚ ਅਕਾਲੀ ਦਲ ਦੀ ਝੋਲੀ ਸਿਰਫ 37 ਸੀਟਾਂ ਹੀ ਪਈਆਂ। ਇਹਨਾਂ ਚੋਣਾਂ ਦੌਰਾਨ ਫਿਰਕੂ ਪਾਲਾਬੰਦੀ ਵੱਧ ਨਿਖਰ ਕੇ ਸਾਹਮਣੇ ਆਈ। ਅਕਾਲੀ ਦਲ ਨੂੰ ਪਈਆਂ 26.9% ਵੋਟਾਂ ਦਰਸਾਉਂਦੀਆਂ ਸਨ ਕਿ ਪੇਂਡੂ ਜੱਟ ਸਿੱਖ ਤੇ ਸ਼ਹਿਰੀ ਅਰੋੜਾ ਸਿੱਖ ਵਰਗ ਭਾਰੂ ਰੂਪ ਵਿੱਚ ਅਕਾਲੀ ਦਲ ਦੇ ਹੱਕ ਵਿੱਚ ਭੁਗਤੇ, ਜਦਕਿ ਹਿੰਦੂ ਵਰਗ ਨੇ
ਲਗਭਗ ਸਮੂਹਕ ਪੱਧਰ ਤੇ ਹੀ ਅਕਾਲੀ ਦਲ ਦੀ ਮੁੱਖ ਸ਼ਰੀਕ ਧਿਰ ਕਾਂਗਰਸ ਪਾਰਟੀ ਦੇ ਪੱਖ ਵਿੱਚ ਵੋਟ ਪਾ ਕੇ ਉਸ ਨੂੰ ਹਕੂਮਤੀ ਆਸਣ ਉੱਤੇ ਬਿਰਾਜਮਾਨ ਕੀਤਾ। ਅੱਗੇ ਹੋਰ ਅਹਿਮ ਗੱਲ ਇਹ ਕਿ ਪੰਜਾਬੀ ਸੂਬੇ ਦੀ ਸਥਾਪਨਾ ਤੋਂ ਬਾਅਦ ਹੋਂਦ ਵਿੱਚ ਆਈਆਂ ਵਿਧਾਨ ਸਭਾਵਾਂ ਚੋਂ ਇਸ ਵਿਧਾਨ ਸਭਾ ਅੰਦਰ ਸਭ ਤੋਂ ਵੱਧ ਨਾ ਸਭ ਤੋਂ ਘੱਟ ਦਸਤਾਰਾਂ ਦੇਖਣ ਨੂੰ ਮਿਲੀਆਂ। 1967 ਵਿੱਚ ਕਾਂਗਰਸੀ ਵਿਧਾਇਕਾਂ ਅੰਦਰ ਸਿੱਖਾਂ ਦਾ ਹਿੱਸਾ 65% ਸੀ। 1972 ਵਿੱਚ ਇਹ ਘਟ ਕੇ 59% ਹੋ ਗਿਆ ਸੀ। 1980 ਵਿੱਚ ਇਹ ਘਟ ਕੇ ਸਿਰਫ 45% ਰਹਿ ਗਿਆ। ਸਾਫ਼ ਹੈ ਕਿ ਪੰਜਾਬ ਅੰਦਰ ਕਾਂਗਰਸ ਪਾਰਟੀ ਤੱਤ ਅਤੇ ਸਰੂਪ ਦੋਨਾਂ ਹੀ ਪੱਖਾਂ ਤੋਂ ਭਾਰੀ ਰੂਪ ਵਿੱਚ ਹਿੰਦੂ ਪਾਰਟੀ ਬਣ ਕੇ ਰਹਿ ਗਈ। 7 ਜੂਨ ਨੂੰ ਦਰਬਾਰਾ ਸਿੰਘ ਨੇ ਮੁੱਖ ਮੰਤਰੀ ਦਾ ਅਹੁਦਾ ਗ੍ਰਹਿਣ ਕਰ ਲਿਆ। ਪੰਜਾਬ ਅੰਦਰ ਫਿਰਕੂ ਵੰਡ ਪਹਿਲਾਂ ਹੀ ਮੁਕੰਮਲ ਹੋ ਗਈ ਸੀ। ਸਰਦਾਰ ਦਰਬਾਰਾ ਸਿੰਘ ਦੇ ਮੁੱਖ ਮੰਤਰੀ ਬਣਨ ਨਾਲ ਨਾ ਸਿਰਫ ਇਹ ਵੰਡ ਹੋਰ ਪੱਕੇ ਪੈਰੀਂ ਹੋ ਗਈ, ਸਗੋਂ ਫਿਰਕੂ ਤਣਾਅ ਤੇ ਟਕਰਾਓ ਦਾ ਇੱਕ ਅਜਿਹਾ ਕੁਲਹਿਣਾ ਸਿਲਸਿਲਾ ਛਿੜ ਪਿਆ ਕਿ ਥੋੜੇ ਹੀ ਸਮੇਂ ਅੰਦਰ ਸਾਰਾ ਪੰਜਾਬ ਲੱਟ ਬਲਦੇ ਸਿਵੇ 'ਚ ਤਬਦੀਲ ਹੋ ਗਿਆ। ਸਿਰਲੇਖ ਹਿੰਦੂ ਪੁਨਰਵਾਦ ਤੇ ਫਿਰਕੂ ਜਨੂਨ। ਭਾਰਤ ਦੇ ਆਜ਼ਾਦੀ ਸੰਗਰਾਮ ਦੌਰਾਨ ਕਾਂਗਰਸੀ ਆਗੂਆਂ ਨੇ ਭਾਰਤ ਦੇ ਵੱਧ ਤੋਂ ਵੱਧ ਲੋਕਾਂ ਨੂੰ ਭਾਰਤੀ ਕੌਮ ਪ੍ਰਸਤੀ ਦੇ ਝੰਡੇ ਹੇਠ ਲਾਮਬੰਦ ਕਰਨ ਦੇ ਉਦੇਸ਼ ਨਾਲ ਹਿੰਦੂਵਾਦ ਦੀ ਕੱਟੜ ਅਤੇ ਉਦਾਰ ਵੰਨਗੀ ਦੀ ਓਟ ਲੈਣ ਦੇ ਪੈਂਤੜੇ ਦੀ ਚੇਤੰਨ ਚੋਣ ਕੀਤੀ। ਇਹ ਪੈਂਤੜਾ ਕਾਂਗਰਸ ਪਾਰਟੀ ਨੂੰ ਚੋਖਾ ਵਾਰ ਆਇਆ। ਉਹ ਹਿੰਦੂ ਜਨਤਾ ਦੇ ਵਿਸ਼ਾਲ ਹਿੱਸਿਆਂ ਦੇ ਨਾਲ ਹੀ ਘੱਟ ਗਿਣਤੀ ਧਾਰਮਿਕ ਵਰਗਾਂ ਨੂੰ ਵੀ ਵੱਡੀ ਗਿਣਤੀ ਵਿੱਚ ਆਜ਼ਾਦੀ ਦੇ ਸੰਗਰਾਮ ਦੀ ਧਾਰਾ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਨ ਵਿੱਚ ਸਫਲ ਹੋ ਨਿਬੜੀ। ਆਜ਼ਾਦੀ ਹਾਸਲ ਕਰ ਲੈਣ ਤੋਂ ਬਾਅਦ ਵੀ ਕਾਂਗਰਸ ਪਾਰਟੀ ਨੇ ਇਸ ਪੈਂਤੜੇ ਦੀ ਲੰਮਾ ਚਿਰ ਖੱਟੀ ਖਾਧੀ। ਚੋਣਾਂ ਮੌਕੇ ਘੱਟ ਗਿਣਤੀ ਵਰਗਾਂ ਖਾਸ ਕਰਕੇ ਈਸਾਈਆਂ ਤੇ ਮੁਸਲਮਾਨਾਂ ਦੀ ਦ੍ਰਿੜ ਹਮਾਇਤ ਕਾਂਗਰਸ ਪਾਰਟੀ ਲਈ ਵਰਦਾਨ ਸਾਬਤ ਹੁੰਦੀ ਰਹੀ। ਰਾਜਸੀ ਪਿੜ ਅੰਦਰ ਨੁਕਰੇ ਲੱਗੀਆਂ ਹਿੰਦੂ ਕੱਟੜਵਾਦੀ ਤਾਕਤਾਂ ਕਾਂਗਰਸੀ ਹਾਕਮਾਂ ਉੱਤੇ ਘੱਟ ਗਿਣਤੀਆਂ ਨੂੰ ਭੂਏ ਚੜਾਉਣ ਦੇ ਇਲਜ਼ਾਮਾਂ ਦੀ ਦੁਹਾਈ ਪਿੱਟਦੀਆਂ ਰਹੀਆਂ ਅਤੇ ਹਿੰਦੂ ਜਨਤਾ ਨੂੰ ਕਾਂਗਰਸ ਪਾਰਟੀ ਦੀ ਅਖੌਤੀ ਸੈਕੂਲਰ ਵਿਚਾਰਧਾਰਾ ਦੇ ਮਾਰੂ ਨਤੀਜਿਆਂ ਤੇ ਖਤਰਿਆਂ ਤੋਂ ਆਗਾਹ ਕਰਦੀਆਂ ਰਹੀਆਂ। 70ਵਿਆਂ ਦੇ ਅਖੀਰ ਤੱਕ ਪਹੁੰਚ ਕੇ ਹਾਲਤਾਂ ਨੇ ਤਿੱਖੇ ਰੁਖ ਕਰਵਟ ਲੈਣੀ ਸ਼ੁਰੂ ਕਰ ਦਿੱਤੀ। ਦੇਸ਼ ਦੀ ਆਜ਼ਾਦੀ ਨਾਲ ਲੋਕਾਂ ਅੰਦਰ ਜੋ ਉਤਸ਼ਾਹ ਤੇ ਉਮੀਦਾਂ ਜਾਗੀਆਂ ਸਨ, ਉਹ ਹੌਲੀ-ਹੌਲੀ ਦਮੋਂ ਨਿਕਲ ਗਈਆਂ। ਗਰੀਬੀ, ਬੇਰੁਜ਼ਗਾਰੀ, ਮਹਿੰਗਾਈ, ਸਮਾਜੀ ਜਬਰ ਤੇ ਬੇਇਨਸਾਫੀ ਵਰਗੀਆਂ ਲਾਹਨਤਾਂ ਘਟਣ ਦੀ ਥਾਂ ਨਿਰੰਤਰ ਭਿਅੰਕਰ ਰੂਪ ਅਖਤਿਆਰ ਕਰਦੀਆਂ ਚਲੀਆਂ ਗਈਆਂ, ਜਿਸ ਨਾਲ ਕਾਂਗਰਸੀ ਹਾਕਮਾਂ ਦੇ ਗਰੀਬੀ ਹਟਾਓ ਵਰਗੇ ਨਾਅਰਿਆਂ ਤੇ ਸਮਾਜਵਾਦ ਲਿਆਉਣ ਦੇ ਲਾਰਿਆਂ ਦੀ ਸਾਰੀ ਹਵਾ ਸਰਕ ਗਈ। ਤਲਖ ਸਮਾਜੀ ਹਕੀਕਤਾਂ ਕਾਂਗਰਸੀ ਹਾਕਮਾਂ ਦੇ ਭਾਰਤ ਨੂੰ ਦੁਨੀਆ ਦੀ ਮੋਹਰੀ ਤਾਕਤ ਬਣਾਉਣ ਦੇ ਬੜਬੋਲੇ ਐਲਾਨਾਂ ਤੇ ਟੀਚਿਆਂ ਦਾ ਮੂੰਹ ਚੜਾਉਣ ਲੱਗੀਆਂ। ਪਰ ਪਾਸੇ ਬੇਉਮੀਦੀ ਤੇ ਉਪਰਾਮਤਾ ਦਾ ਰੌਂ ਪੈਦਾ ਹੋ ਤੁਰਿਆ। ਨਾਕਾਮੀ ਤੇ ਭਰਮ ਨਿਵਰਤੀ ਦੇ ਇਸ ਮਾਹੌਲ ਅੰਦਰ ਹਿੰਦੂ ਵਰਗ ਦੇ ਵੱਡੇ ਹਿੱਸਿਆਂ, ਖਾਸ ਕਰਕੇ ਇਸ ਦੀਆਂ ਸਵਰਨ ਜਾਤੀ ਪਰਤਾਂ ਨੂੰ ਹਿੰਦੂ ਕੱਟੜਵਾਦ ਦਾ ਜਜ਼ਬਾ ਖਿੱਚ ਪਾਉਣ ਲੱਗਾ। ਉਹਨਾਂ ਨੂੰ ਦੇਸ਼ ਦੀਆਂ ਸਭਨਾਂ ਸਮੱਸਿਆਵਾਂ ਤੇ ਨਾਕਾਮੀਆਂ ਦਾ ਆਧਾਰ ਕਾਂਗਰਸ ਦੀ ਸੈਕੂਲਰ ਵਿਚਾਰਧਾਰਾ ਵਿੱਚ ਨਜ਼ਰ ਆਉਣ ਲੱਗਾ ਅਤੇ ਉਹਨਾਂ ਅੰਦਰ ਹਿੰਦੂ ਕੱਟੜਵਾਦ ਨੂੰ ਸਰਬ ਔਖਦ ਦਬਾ ਕਰਕੇ ਜਾਣਨ ਦੀ ਸਮਝ ਤੇ ਭਾਵਨਾ ਪ੍ਰਫੁੱਲਤ ਹੋਣ ਲੱਗੀ। ਇਸ ਤਰ੍ਹਾਂ ਹਿੰਦੂ ਕੱਟੜਵਾਦੀ ਵਿਚਾਰਧਾਰਾ ਤੇ ਇਸ ਨੂੰ ਪ੍ਰਣਾਏ ਸੰਗਠਨ ਕਾਂਗਰਸ ਪਾਰਟੀ ਲਈ ਵੱਡੀ ਰਾਜਨੀਤਿਕ ਚੁਣੌਤੀ ਬਣ ਕੇ ਉੱਭਰਨ ਲੱਗੇ। ਨਾਲ ਹੀ ਕਾਂਗਰਸ ਪਾਰਟੀ ਨੂੰ ਮਸੀਹਾ ਸਮਝ ਬੈਠਣ ਦੀ ਭਰਮ ਚੇਤਨਾ ਦਾ ਸ਼ਿਕਾਰ ਹੋਏ ਘੱਟ ਗਿਣਤੀ ਭਾਈਚਾਰਿਆਂ ਅੰਦਰ ਵੀ ਦੇਸ਼ ਵਿਦੇਸ਼ ਅੰਦਰ ਵਾਪਰ ਰਹੀਆਂ ਤਬਦੀਲੀਆਂ ਦੇ ਸਨਮੁਖ ਨਵੀਂ ਕਿਸਮ ਦੀ ਧਾਰਮਿਕ ਤੇ ਰਾਜਸੀ ਸੋਝੀ ਪਰਸਣ ਲੱਗੀ। ਹਿੰਦੂ ਕੱਟੜਵਾਦ ਦੇ ਸਿਰ ਚੁੱਕ ਲੈਣ ਨਾਲ ਘੱਟ ਗਿਣਤੀ ਵਰਗਾਂ ਅੰਦਰ ਅਸੁਰੱਖਿਆ ਦੀ ਭਾਵਨਾ ਤੇ ਆਪਾ ਬਚਾਓ ਦੀ ਪ੍ਰਵਿਰਤੀ ਪੈਦਾ ਹੋ ਤੁਰੀ, ਜਿਸ ਨਾਲ ਇਹਨਾਂ ਅੰਦਰ ਨਵੀਂ ਕਿਸਮ ਦੀਆਂ ਧਾਰਮਿਕ ਤੇ ਨੀਮ ਰਾਜਸੀ ਸ਼ਕਤੀਆਂ ਨੇ ਤੇਜ਼ੀ ਨਾਲ ਆਪਣੀ ਜਗ੍ਹਾ ਬਣਾਉਣੀ ਸ਼ੁਰੂ ਕਰ ਦਿੱਤੀ।
ਇਸ ਤਰ੍ਹਾਂ ਕਾਂਗਰਸ ਪਾਰਟੀ ਦਾ ਪੱਕਾ ਸਮਝਿਆ ਜਾਂਦਾ ਇਹ ਵੋਟ ਆਧਾਰ ਵੀ ਤਿੜਕਣਾ ਸ਼ੁਰੂ ਹੋ ਗਿਆ। ਇਸ ਸਮੁੱਚੀ ਹਾਲਤ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਇੰਦਰਾ ਗਾਂਧੀ ਦੇ ਰਾਜਸੀ ਸਲਾਹਕਾਰਾਂ ਨੇ ਕਾਂਗਰਸ ਪਾਰਟੀ ਦੀ ਪਹਿਲੀ ਵੇਲਾ ਵਿਹਾਰ ਚੁੱਕੀ ਰਣਨੀਤੀ ਦਾ ਤਿਆਗ ਕਰਕੇ ਨਵੀਂ ਰਣਨੀਤੀ ਘੜਨ ਦੀ ਲੋੜ ਅਤੇ ਤਾਂਘ ਮਹਿਸੂਸ ਕੀਤੀ। ਰਾਜਸੀ ਭੱਥੇ ਚੋਂ ਹੋਰ ਸਾਰੇ ਕੀਲਵੇਂ ਨਾਅਰੇ ਖਤਮ ਹੋ ਜਾਣ ਕਰਕੇ ਉਹਨਾਂ ਇੰਦਰਾ ਗਾਂਧੀ ਨੂੰ ਹਿੰਦੂ ਕੱਟੜਵਾਦ ਦੇ ਹਥਿਆਰ ਦੀ ਵਰਤੋਂ ਕਰਨ ਦੀ ਕੁਮੱਤ ਸੁਝਾਈ, ਜੋ ਉਸ ਨੇ ਖੁਸ਼ੀ-ਖੁਸ਼ੀ ਕਬੂਲ ਕਰ ਲਈ। ਇਸ ਤਰ੍ਹਾਂ 80ਵਿਆਂ ਦੇ ਸ਼ੁਰੂ ਹੁੰਦਿਆਂ ਹੀ ਇੰਦਰਾ ਗਾਂਧੀ ਨੇ ਕਾਂਗਰਸ ਪਾਰਟੀ ਦੀ ਰਵਾਇਤੀ ਵਿਚਾਰਧਾਰਾ ਅਤੇ ਵਿਰਾਸਤ ਨਾਲੋਂ ਤਿੱਖਾ ਤੋੜ ਵਿਛੋੜਾ ਕਰਦਿਆਂ ਹੋਇਆਂ ਹਿੰਦੂ ਕੱਟੜਵਾਦ ਦਾ ਆਸਰਾ ਲੈਣ ਅਤੇ ਹਿੰਦੂ ਪੁਨਰਵਾਦ ਦੇ ਅਮਲ ਨੂੰ ਉਗਾਸਾ ਦੇਣ ਦੀ ਰਾਜਸੀ ਦਿਸ਼ਾ ਅਪਣਾ ਲਈ। 1980 ਦੀਆਂ ਲੋਕ ਸਭਾ ਚੋਣਾਂ ਅੰਦਰ ਉਸ ਵੱਲੋਂ RSS ਨਾਲ ਲੁਕਵਾਂ ਰਾਜਸੀ ਯਾਰਾਨਾ ਗੰਢਣ ਦੀਆਂ ਅਫਵਾਹਾਂ ਨੇ ਉਸ ਦੇ ਨਿੰਦਕਾਂ ਤੇ ਪ੍ਰਸ਼ੰਸਕਾਂ ਦੋਨਾਂ ਨੂੰ ਹੀ ਹੈਰਾਨੀ ਤੇ ਸ਼ਸ਼ੋਪੰਜ ਵਿੱਚ ਪਾ ਦਿੱਤਾ। ਬਾਅਦ 'ਚ ਉਸ ਅੰਦਰ ਹਿੰਦੂ ਮੰਦਰਾਂ ਤੇ ਤੀਰਥ ਸਥਾਨਾਂ ਦੇ ਦਰਸ਼ਨਾਂ ਲਈ ਜਾਗੇ ਅਚਾਨਕ ਉਤਸ਼ਾਹ ਨੇ ਅਤੇ ਫਿਰ ਪਹਿਲਾਂ ਦਿੱਲੀ ਮਿਊਨਿਸਪੈਲਿਟੀ ਤੇ ਬਾਅਦ ਵਿੱਚ ਜੰਮੂ ਦੀਆਂ ਚੋਣਾਂ ਦੇ ਨਤੀਜਿਆਂ ਨੇ ਸਾਰਾ ਮਾਮਲਾ ਸਾਫ਼ ਕਰ ਦਿੱਤਾ। ਜਨਤਾ ਗੱਠਜੋੜ ਸਰਕਾਰ ਦੇ ਅਸਫਲ ਤਜਰਬੇ ਤੋਂ ਬਦਜਨ ਹੋਈ RSS ਦੀ ਲੀਡਰਸ਼ਿਪ ਲਈ ਇੰਦਰਾ ਗਾਂਧੀ ਦਾ ਹਿੰਦੂ ਕੱਟੜਵਾਦ ਵੱਲ ਕੱਟਿਆ ਮੋੜਾ ਚੰਗੀ ਖੁਸ਼ਖਬਰੀ ਸੀ। ਅਸਲ ਵਿੱਚ ਐਮਰਜੈਂਸੀ ਦੌਰਾਨ ਹੀ RSS ਦੇ ਤਤਕਾਲੀ ਮੁਖੀ ਬਾਲਾ ਸਾਹਿਬ ਦਿਓਰਸ ਦੁਆਰਾ ਜੇਲ੍ਹ ਚੋਂ ਇੰਦਰਾ ਗਾਂਧੀ ਦੇ ਨਾਮ ਲਿਖੇ ਪੱਤਰ ਵਿੱਚ ਸੁਲਾਹ ਦੀ ਤਜਵੀਜ਼ ਦੇ ਨਾਲ ਹੀ ਆਪਸੀ ਸਾਂਝ ਦਾ ਆਧਾਰ ਵੀ ਸੁਝਾਇਆ ਜਾ ਚੁੱਕਾ ਸੀ। ਇਸੇ ਨਾਲ ਹੀ RSS ਦੀਆਂ ਪ੍ਰਕਾਸ਼ਨਾਵਾਂ ਅੰਦਰ ਇੰਦਰਾ ਗਾਂਧੀ ਦੀ ਸੰਕੋਚਵੀਂ ਪ੍ਰਸ਼ੰਸਾ ਦੀ ਝਲਕ ਮਿਲਣ ਲੱਗ ਪਈ ਸੀ। 1980 ਵਿੱਚ ਦੁਬਾਰਾ ਸੱਤਾ ਵਿੱਚ ਆਉਣ ਤੋਂ ਬਾਅਦ ਇੰਦਰਾ ਦੁਆਰਾ TN ਚਤੁਰਵੇਦੀ ਨਾਂ ਦੇ ਕੱਟੜ RSS ਸਮਰਥਕ IAS ਅਫਸਰ ਦੀ ਹੈਰਾਨੀ ਤੇ ਭੇਦ ਭਰੇ ਢੰਗ ਨਾਲ ਭਾਰਤ ਸਰਕਾਰ ਦੇ ਗ੍ਰਹਿ ਸਕੱਤਰ ਵਰਗੇ ਅਤ ਅਹਿਮ ਅਹੁਦੇ ਤੇ ਨਿਯੁਕਤੀ ਇੰਦਰਾ ਤੇ ਦਿਓਰਸ ਵਿਚਕਾਰ ਹੋਏ ਦੱਸੇ ਜਾਂਦੇ ਗੁਪਤ ਸਮਝੌਤੇ ਦਾ ਹੀ ਨਤੀਜਾ ਸੀ ਤੇ ਨਾਲ ਹੀ ਪ੍ਰਮਾਣ ਵੀ। ਇੰਦਰਾ ਗਾਂਧੀ ਵੱਲੋਂ ਪੰਜਾਬ ਅਸੈਂਬਲੀ ਚੋਣਾਂ ਤੋਂ ਬਾਅਦ ਗਿਆਨੀ ਜੈਲ ਸਿੰਘ ਦੀ ਜਗ੍ਹਾ ਦਰਬਾਰਾ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਥਾਪਣਾ ਉਸ ਦੇ ਇਸ ਨਵੇਂ ਵਿਚਾਰਧਾਰਕ ਤੇਵਰ ਦਾ ਹੀ ਝਲਕਾਰਾ ਸੀ। ਗਿਆਨੀ ਜੈਲ ਸਿੰਘ ਤੇ ਦਰਬਾਰਾ ਸਿੰਘ ਦੋਨੋਂ ਬਰਾਬਰ ਦੇ ਕੱਟੜ ਅਕਾਲੀ ਦੁਸ਼ਮਣ, ਇੱਕੋ ਜਿੰਨੇ ਰੜੇ ਹੋਏ ਕਾਂਗਰਸੀ ਤੇ ਇੱਕ ਦੂਜੇ ਨਾਲੋਂ ਵੱਧ ਕੇ ਇੰਦਰਾ ਭਗਤ ਹੋਣ ਦੇ ਬਾਵਜੂਦ ਕੁਝ ਅਹਿਮ ਪੱਖਾਂ ਤੋਂ ਇੱਕ ਦੂਜੇ ਨਾਲੋਂ ਕਾਫੀ ਅਲੱਗ-ਅਲੱਗ ਸਨ। ਅਕਾਲੀਆਂ ਖਿਲਾਫ ਲੜਨ ਵਿੱਚ ਦੋਨਾਂ ਦੀ ਵਿਚਾਰਧਾਰਾ, ਰਣਨੀਤੀ ਤੇ ਸ਼ੈਲੀ ਅੰਦਰ ਕਾਫੀ ਵੱਡੇ ਵਖਰੇਵੇਂ ਸਨ। ਗਿਆਨੀ ਜੈਲ ਸਿੰਘ ਅਕਾਲੀਆਂ ਖਿਲਾਫ ਉਹਨਾਂ ਦੇ ਹੀ ਹਥਿਆਰ ਨਾਲ ਲੜਨ ਅਰਥਾਤ ਸਿੱਖ ਜਨਤਾ ਦੀਆਂ ਧਾਰਮਿਕ ਭਾਵਨਾਵਾਂ ਦੀ ਆਪਣੇ ਸੌੜੇ ਰਾਜਸੀ ਉਦੇਸ਼ਾਂ ਲਈ ਵਰਤੋਂ ਕਰਨ ਦੀ ਸੋਚ ਤੇ ਰਣਨੀਤੀ ਦਾ ਧਾਰਨੀ ਸੀ। ਇਸ ਦੇ ਇੱਕਦਮ ਉਲਟ ਦਰਬਾਰਾ ਸਿੰਘ ਨੂੰ ਅਕਾਲੀਆਂ ਨਾਲੋਂ ਵੀ ਵੱਧ ਉਹਨਾਂ ਦੇ ਹਥਿਆਰ ਨਾਲ ਯਾਨੀ ਕਿ ਉਹਨਾਂ ਦੇ ਧਾਰਮਿਕ ਰਾਜਸੀ ਪੈਂਤੜੇ ਨਾਲ ਚਿੜ ਸੀ। ਵਜ੍ਹਾ ਇਹ ਕਿ ਉਹ ਗਿਆਨੀ ਜੀ ਨਾਲੋਂ ਜਾਂ ਇਹ ਕਹਿ ਲਵੋ ਕਿ ਹੋਰਨਾਂ ਸਾਰੇ ਕਾਂਗਰਸੀ ਸਿੱਖਾਂ ਨਾਲੋਂ ਉੱਕਾ ਹੀ ਵੱਖਰੇ ਰੂਟ ਰਾਹੀਂ ਆਪਣੇ ਮੌਜੂਦਾ ਮੁਕਾਮ ਉੱਤੇ ਪਹੁੰਚਿਆ ਸੀ। ਆਪਣੇ ਪੋਚ ਦਾ ਉਹੀ ਇੱਕਮਾਤਰ ਕਾਂਗਰਸੀ ਸਿੱਖ ਸੀ ਜਿਸ ਨੇ ਅਕਾਲੀ ਦਲ ਦੀ ਸ਼ਾਗਿਰਦੀ ਮਾਨਣ ਤੋਂ ਬਿਨਾਂ ਹੀ ਸਿੱਧਾ ਕਾਂਗਰਸ ਸਫਾ ਅੰਦਰ ਦਾਖਲਾ ਲਿਆ ਸੀ। ਇਸ ਅਹਿਮ ਵਖਰੇਵੇਂ ਦੀ ਵਜ੍ਹਾ ਕਰਕੇ ਦਰਬਾਰਾ ਸਿੰਘ ਅਕਾਲੀਆਂ ਖਿਲਾਫ ਸਿਰਫ ਰਾਜਸੀ ਸ਼ਰੀਕਾ ਹੀ ਨਹੀਂ ਸੀ ਰੱਖਦਾ, ਸਗੋਂ ਨਾਲ ਹੀ ਵਿਚਾਰਧਾਰਕ ਦੁਸ਼ਮਣੀ ਵੀ ਪਾਲਦਾ ਸੀ। ਇੱਕ ਵਾਰ ਬਤੌਰ ਮੁੱਖ ਮੰਤਰੀ ਉਸਨੇ BBC ਦੇ ਤਰਜਮਾਨ ਨਾਲ ਆਪਣੀ ਇੱਕ ਭੇਂਟ ਵਾਰਤਾ ਦੌਰਾਨ ਆਪਣੇ ਇਹਨਾਂ ਵਿਚਾਰਧਾਰਕ ਤਵੱਸਬਾਂ ਦਾ ਬੇਬਾਕ ਪ੍ਰਗਟਾਵਾ ਕਰਦਿਆਂ ਹੋਇਆਂ ਸਿੱਖ ਸੱਭਿਆਚਾਰ ਦੀ ਹੋਂਦ ਤੇ ਵਾਜਬੀਅਤ ਤੋਂ ਹੀ ਇਨਕਾਰੀ ਹੋ ਜਾਣ ਦੀ ਸਿਰੇ ਦੀ ਤਵੱਸਬੀ ਪੋਜੀਸ਼ਨ ਲੈ ਲਈ ਸੀ। ਸਿੱਖ ਸੱਭਿਆਚਾਰ ਤੇ ਸਿੱਖ ਪਛਾਣ ਉੱਤੇ ਖਤਰੇ ਦੀ ਧਾਰਨਾ ਦਾ ਤਿੱਖਾ ਖੰਡਨ ਕਰਦਿਆਂ ਹੋਇਆਂ ਉਸਨੇ ਵੱਖਰੀ ਸਿੱਖ ਪਛਾਣ ਨੂੰ ਭਾਰਤੀ ਪਛਾਣ ਵਿੱਚ ਜਜ਼ਬ ਕਰਨ ਦੇ ਵਿਚਾਰ ਦੀ
ਹਿੰਦੂ ਫਿਰਕਾ ਪ੍ਰਸਤਾਂ ਨਾਲੋਂ ਵੀ ਵੱਧ ਨੰਗੇ ਲਫ਼ਜ਼ਾਂ ਵਿੱਚ ਵਜ਼ਾਹਤ ਕੀਤੀ। ਇਸ ਕਰਕੇ ਇਸ ਵਿੱਚ ਹੈਰਾਨੀ ਦੀ ਉੱਕਾ ਹੀ ਕੋਈ ਗੱਲ ਨਹੀਂ ਸੀ ਕਿ ਹੋਰ ਕਿਸੇ ਵੀ ਕਾਂਗਰਸੀ ਸਿੱਖ ਦੇ ਮੁਕਾਬਲੇ ਦਰਬਾਰਾ ਸਿੰਘ ਹਿੰਦੂ ਵਰਗ ਦਾ ਸਭ ਨਾਲੋਂ ਮਨ ਭਾਉਂਦਾ ਆਗੂ ਸੀ। ਉਸ ਨੇ ਗੱਦੀ ਉੱਤੇ ਬਹਿੰਦਿਆਂ ਹੀ ਹਿੰਦੂ ਵਰਗ ਦੀ ਫਿਰਕੂ ਸੋਚ ਤੇ ਇੱਛਾ ਅਨੁਸਾਰ ਸਿੱਖ ਅਫਸਰਾਂ ਨੂੰ ਚੁਣ ਕੇ ਲਾਂਭੇ ਕਰਨ ਤੇ ਉਹਨਾਂ ਦੀ ਜਗ੍ਹਾ ਹਿੰਦੂ ਅਫਸਰਾਂ ਦੀ ਨਿਯੁਕਤੀ ਕਰਨ ਦਾ ਅਮਲ ਆਰੰਭ ਦਿੱਤਾ। ਸਿੱਟੇ ਵਜੋਂ ਉਸ ਦੀ ਸਰਕਾਰ ਅੰਦਰ ਹਿੰਦੂ ਅਫਸਰਾਂ ਦਾ ਮੁਕੰਮਲ ਬੋਲਬਾਲਾ ਹੋ ਗਿਆ। ਉਸ ਦਾ ਚੀਫ ਸਕੱਤਰ ਵੀ ਹਿੰਦੂ ਈਸ਼ਰ ਚੰਦਰ ਪੁਰੀ, ਪੁਲਿਸ ਮੁਖੀ ਵੀ ਹਿੰਦੂ ਬੀਰਬਲ ਨਾਥ ਤੇ ਪ੍ਰਿੰਸੀਪਲ ਸਕੱਤਰ ਵੀ ਹਿੰਦੂ ਤਜਿੰਦਰ ਖੰਨਾ ਸੀ। 17 ਅਹਿਮ ਪਦਾਂ ਚੋਂ 11 ਉੱਤੇ ਹਿੰਦੂ ਤੇ ਸਿਰਫ 6 ਉੱਤੇ ਸਿੱਖ ਸਕੱਤਰ ਨਿਯੁਕਤ ਕੀਤੇ ਗਏ। ਇੱਕ ਸਿਰਫ ਸਨਅਤ ਦੇ ਮਹਿਕਮੇ ਨੂੰ ਛੱਡ ਕੇ ਬਾਕੀ ਸਾਰੇ ਮਹਿਕਮਿਆਂ ਦੇ ਮੁਖੀ ਹਿੰਦੂ ਅਫਸਰ ਥਾਪੇ ਗਏ। ਉਸ ਦੇ ਰਾਜਕਾਲ ਦੌਰਾਨ ਸਰਕਾਰੀ ਇਸ਼ਤਿਹਾਰਾਂ ਦੀ ਸਭ ਤੋਂ ਵੱਧ ਮਿਹਰ ਜਲੰਧਰ ਦੇ ਮਹਾਸ਼ਾ ਰਵਿੰਦਰ ਦੇ ਉਰਦੂ ਅਖਬਾਰ ਪ੍ਰਤਾਪ ਉੱਤੇ ਹੋਈ। ਆਜ਼ਾਦੀ ਤੋਂ ਬਾਅਦ ਪੰਜਾਬ ਅੰਦਰ ਜੋ ਵੀ ਕਾਂਗਰਸ ਸਰਕਾਰ ਬਣੀ, ਉਸਨੇ ਸਿੱਖਾਂ ਪ੍ਰਤੀ ਆਮ ਕਰਕੇ ਵਿਤਕਰੇ ਤੇ ਵੈਰ ਭਾਵ ਦੀ ਨੀਤੀ ਉੱਤੇ ਅਮਲ ਕੀਤਾ। ਪਰੰਤੂ ਦਰਬਾਰਾ ਸਿੰਘ ਦੀ ਸਰਕਾਰ ਨੇ ਫਿਰਕੂ ਪੁਣੇ ਤੇ ਸਿੱਖ ਦੁਸ਼ਮਣੀ ਦੇ ਮਾਮਲੇ 'ਚ ਪਿਛਲੀਆਂ ਕਾਂਗਰਸ ਸਰਕਾਰਾਂ ਨੂੰ ਕਿਤੇ ਪਿਛਾਂਹ ਛੱਡ ਦਿੱਤਾ। ਇਸ ਜ਼ਹਿਰ ਨੇ ਛੇਤੀ ਹੀ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ। ਪੰਜਾਬ ਦੇ ਹਿੰਦੂ ਵਰਗ ਨੂੰ ਜਦ ਪੰਜਾਬ ਅੰਦਰ ਉਸ ਦੀਆਂ ਭਾਵਨਾਵਾਂ ਦੀ ਸ਼ੁੱਧ ਰੂਪ ਵਿੱਚ ਤਰਜਮਾਨੀ ਕਰਨ ਲਈ ਹਕੂਮਤ ਮਿਲ ਗਈ ਅਤੇ ਦੇਸ਼ ਅੰਦਰ ਤੇਜ਼ੀ ਨਾਲ ਫੈਲ ਪਸਰ ਰਹੀ ਕੱਟੜਵਾਦੀ ਵਿਚਾਰਧਾਰਾ ਦਾ ਸੁਹਾਵਣਾ ਵਾਤਾਵਰਣ ਮਿਲ ਗਿਆ, ਤਾਂ ਉਸ ਦੀ ਫਿਰਕੂ ਪ੍ਰਵਿਰਤੀ ਸੱਤ ਵੱਟ ਖਾ ਗਈ। ਪੰਜਾਬੀ ਸੂਬੇ ਦੇ ਅੰਦੋਲਨ ਦੌਰਾਨ ਵੀ ਉਸ ਨੇ ਕੋਈ ਘੱਟ ਫਿਰਕੂਪੁਣਾ ਨਹੀਂ ਸੀ ਖਿਲਾਰਿਆ, ਪਰ ਹਾਲਤਾਂ ਦੇ ਬਦਲੇ ਪ੍ਰਸੰਗ ਅੰਦਰ ਉਸ ਦੀ ਫਿਰਕਾ ਪ੍ਰਸਤੀ ਪਹਿਲਾਂ ਨਾਲੋਂ ਵੱਖਰਾ ਆਕਾਰ, ਪਸਾਰ ਤੇ ਵੱਧ ਗੰਭੀਰ ਅਰਥ ਗ੍ਰਹਿਣ ਕਰ ਗਈ ਸੀ। ਪੰਜਾਬੀ ਸੂਬੇ ਦੇ ਅੰਦੋਲਨ ਦੌਰਾਨ ਪੰਜਾਬ ਦੇ ਹਿੰਦੂ ਵਰਗ ਦਾ ਫਿਰਕੂਪੁਣਾ ਵੱਧ ਸਥਾਨਕ ਕਿਸਮ ਦਾ ਹੀ ਵਰਤਾਰਾ ਸੀ, ਜਿਸ ਦੇ ਅਸਰ ਸੀਮਤ ਤੇ ਇਕਹਿਰੇ ਸਨ। ਉਦਾਹਰਣ ਵਜੋਂ ਇਹ ਸਿੱਖ ਸੰਘਰਸ਼ ਦੀ ਸੇਧ ਤੇ ਸਰੂਪ ਉੱਤੇ ਕੋਈ ਬਹੁਤੇ ਗਹਿਰੇ ਤੇ ਚਿਰ ਸਥਾਈ ਪ੍ਰਭਾਵ ਨਹੀਂ ਸੀ ਛੱਡ ਸਕਿਆ। ਉਸ ਵੇਲੇ ਦੀਆਂ ਹਾਲਤਾਂ ਤੇ ਮਾਹੌਲ ਅੰਦਰ ਹਿੰਦੂ ਭੜਕਾਹਟ ਦੇ ਪ੍ਰਤੀਕਰਮ ਵਜੋਂ ਸਿੱਖ ਕੌਮ ਅੰਦਰ ਔਖ ਤੇ ਗੁੱਸੇ ਦੀਆਂ ਜੋ ਵੀ ਤਰੰਗਾਂ ਉੱਠਦੀਆਂ ਰਹੀਆਂ, ਉਹ ਅਕਾਲੀ ਦਲ ਦੀ ਮਰਿਆਦਾ ਪੂਜ ਰਾਜਨੀਤੀ ਦੀ ਚਾਰ ਦੀਵਾਰੀ ਨਾਲ ਟਕਰਾ ਕੇ ਸ਼ਾਂਤ ਹੋ ਜਾਂਦੀਆਂ ਰਹੀਆਂ। ਪਰੰਤੂ ਬਦਲੇ ਹੋਏ ਮਾਹੌਲ ਅੰਦਰ ਹਿੰਦੂ ਵਰਗ ਦੀ ਹਰ ਫਿਰਕੂ ਗੁਸਤਾਖੀ ਸਿੱਖ ਰਾਜਨੀਤੀ ਦੇ ਵਹਿਣ ਅੰਦਰ ਨਵਾਂ ਉਬਾਲ ਤੇ ਉਛਾਲ ਪੈਦਾ ਕਰਨ ਤੇ ਨਾਲ ਹੀ ਇੱਕ ਨਵੀਂ ਰਸਾਇਣਕ ਪ੍ਰਕਿਰਿਆ ਛੇੜ ਦੇਣ ਦਾ ਸਬੱਬ ਹੋ ਨਿਬੜਦੀ ਰਹੀ। ਇਸ ਨਾਲ ਸਿੱਖ ਸੰਘਰਸ਼ ਰਵਾਇਤੀ ਹੱਦਾਂ ਤੇ ਦਾਇਰਿਆਂ ਨੂੰ ਲੰਘ ਕੇ ਨਵੇਂ ਰਾਹ ਬਣਾਉਂਦਾ ਅੱਗੇ ਵਧਣ ਲੱਗਾ। ਜ਼ਿਆਦਾਤਰ ਵਿਦਵਾਨ ਤੇ ਟਿੱਪਣੀਕਾਰ ਸਿੱਖ ਸੰਘਰਸ਼ ਦੇ ਇਸ ਦੌਰ ਦੀ ਵਿਆਖਿਆ ਕਰਨ ਲੱਗਿਆਂ ਹਾਲਤਾਂ ਦੇ ਇਸ ਅੰਦਰੂਨੀ ਗਤੀ ਅਮਲ ਦੇ ਵਿਸ਼ਲੇਸ਼ਣ ਉੱਤੇ ਕੇਂਦਰ ਕਰਨ ਦੀ ਬਜਾਏ ਸਿੱਖ ਸੰਘਰਸ਼ ਅੰਦਰ ਉੱਭਰੇ ਗਰਮ ਖਿਆਲੀ ਰੁਝਾਨ, ਜਿਸ ਨੂੰ ਆਮ ਬੋਲਚਾਲ ਅੰਦਰ ਭਿੰਡਰਾਂ ਵਾਲਾ ਵਰਤਾਰਾ ਕਰਕੇ ਜਾਣਿਆ ਜਾਂਦਾ ਹੈ, ਨੂੰ ਇੰਦਰਾ ਗਾਂਧੀ ਤੇ ਗਿਆਨੀ ਜੈਲ ਸਿੰਘ ਦੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਪੂਰਵ ਉਲੀਕੀ ਵਿਉਂਤ ਤੇ ਸਾਜ਼ਿਸ਼ ਦੀ ਪੈਦਾਸ਼ ਬਣਾ ਕੇ ਪੇਸ਼ ਕਰਦੇ ਹਨ। ਇਸ ਮਤ ਨਿਰਣੇ ਦੀ ਪੁਸ਼ਟੀ ਲਈ ਕਈ ਠੋਸ ਉਦਾਹਰਣਾਂ ਤੇ ਵੇਰਵੇ ਦਿੱਤੇ ਜਾਂਦੇ ਹਨ, ਜਿਵੇਂ ਸੰਤ ਜਰਨੈਲ ਸਿੰਘ ਜੀ ਦੀ ਜਥੇਦਾਰ ਸੰਤੋਖ ਸਿੰਘ ਵਰਗੇ ਲੋਕਾਂ, ਜਿਸ ਨੂੰ ਇੰਦਰਾ ਗਾਂਧੀ ਦਾ ਖਾਸ ਹੱਥ ਠੋਕਾ ਸਮਝਿਆ ਜਾਂਦਾ ਸੀ, ਨਾਲ ਨੇੜਤਾ 1980 ਦੀਆਂ ਲੋਕ ਸਭਾ ਚੋਣਾਂ ਦੌਰਾਨ ਸੰਤ ਭਿੰਡਰਾਂ ਵਾਲੇ ਦੁਆਰਾ ਕੁਝ ਕਾਂਗਰਸੀ ਉਮੀਦਵਾਰਾਂ ਰਘੂਨੰਦਨ ਲਾਲ ਭਾਟੀਆ ਤੇ ਖੁਸ਼ਵੰਤ ਕੌਰ ਭਿੰਡਰ ਦੀ ਮਦਦ ਤੇ ਆਉਣਾ, ਗਿਆਨੀ ਜੈਲ ਸਿੰਘ ਵੱਲੋਂ ਬਤੌਰ ਕੇਂਦਰੀ ਗ੍ਰਹਿ ਮੰਤਰੀ ਸੰਤ ਭਿੰਡਰਾਂ ਵਾਲੇ ਦੀ ਖੁੱਲ੍ਹਮ ਖੁੱਲ੍ਹੀ ਮਦਦ ਕਰਨੀ, ਗਿਆਨੀ ਜੈਲ ਸਿੰਘ ਵੱਲੋਂ ਹੀ ਦਲ ਖਾਲਸਾ ਨਾਂ ਦੇ ਗਰਮ ਖਿਆਲੀ ਸੰਗਠਨ ਦੀ ਕਥਿਤ ਤੌਰ ਤੇ ਸਥਾਪਨਾ ਤੇ ਸਰਪ੍ਰਸਤੀ ਕਰਨੀ ਆਦਿ। ਜੇਕਰ ਇਹਨਾਂ ਸਾਰੇ ਤੱਥਾਂ ਵੇਰਵਿਆਂ ਨੂੰ ਸਹੀ ਵੀ ਮੰਨ ਲਿਆ ਜਾਵੇ, ਤਾਂ ਵੀ ਇਸ ਨਾਲ ਸਵੈ ਸਿੱਧ ਹੀ ਸਾਜ਼ਿਸ਼ ਤੇ ਦੇ ਸਿਧਾਂਤ ਦੀ ਪੁਸ਼ਟੀ ਨਹੀਂ ਹੋ ਜਾਂਦੀ।
ਅਹਿਮ ਗੱਲ ਇਹਨਾਂ ਤੱਥਾਂ ਵੇਰਵਿਆਂ ਦੇ ਇਤਿਹਾਸ ਦੇ ਵਹਿਣ ਉੱਤੇ ਪਏ ਠੋਸ ਪ੍ਰਭਾਵਾਂ ਦਾ ਹਕੀਕੀ ਜਾਇਜ਼ਾ ਲੈਣ, ਅਰਥਾਤ ਸਮੁੱਚੇ ਵਰਤਾਰੇ ਅੰਦਰ ਇਹਨਾਂ ਦੀ ਭੂਮਿਕਾ ਦਾ ਸਹੀ ਸਥਾਨ ਨਿਸ਼ਚਿਤ ਕਰਨ ਦੀ ਹੈ। ਸਾਜ਼ਿਸ਼ ਦੇ ਸਿਧਾਂਤ ਦੀ ਬੁਨਿਆਦੀ ਕਮਜ਼ੋਰੀ ਇਹ ਹੈ ਕਿ ਘਟਨਾਵਾਂ ਅਤੇ ਵਰਤਾਰਿਆਂ ਨੂੰ ਉਹਨਾਂ ਦੇ ਅੰਦਰੂਨੀ ਗਤੀ ਨਿਯਮਾਂ ਅਨੁਸਾਰ ਜਾਣਨ ਤੇ ਪੜਤਾਲਣ ਦੀ ਪਹੁੰਚ ਅਪਣਾਉਣ ਦੀ ਬਜਾਏ ਬਾਹਰੀ ਪੱਖਾਂ ਤੇ ਸ਼ਕਤੀਆਂ ਦੇ ਪ੍ਰਭਾਵ ਨੂੰ ਨਿਰਣਾਕਾਰੀ ਮੰਨ ਲਿਆ ਜਾਂਦਾ ਹੈ। ਇਸ ਭਾਗ ਲਈ ਇਹਨਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।